ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਰਜਾਈ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਆਪਣਾ ਅਹੁਦਾ ਛੱਡਿਆ ਹੈ। ਐਸਐਮਓ ਦੇ ਅਹੁਦੇ ਤੇ ਉਹ ਕੰਮ ਕਰ ਰਹੇ ਸੀ ਔਰ ਉਹਨਾਂ ਨੇ ਆਪਣਾ ਐਸਐਮਓ ਦਾ ਅਹੁਦਾ ਛੱਡ ਦਿੱਤਾ ਹੈ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਭਰਜਾਈ ਜਿਹੜੇ ਐਸਐਮਓ ਖਰੜ ਸਿਵਲ ਹਸਪਤਾਲ ਦੇ ਵਿੱਚ ਐਸਐਮਓ ਦੇ ਅਹੁਦੇ ਤੇ ਤੈਨਾਤ ਸੀ ਡਾਕਟਰ ਮਨਿੰਦਰ, ਉਹਨਾਂ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਿਹਤ ਮੰਤਰੀ ਉੱਥੇ ਚੈਕਿੰਗ ਲਈ ਗਏ ਸੀ ਔਰ ਊਣਤਾਈਆਂ ਦੇ ਚੱਲਦੇ ਉਹਨਾਂ ਵੱਲੋਂ ਝਾੜ ਲਾਈ ਗਈ ਸੀ ਐਸਐਮਓ ਨੂੰ ਖਰੜ ਸਿਵਲ ਹਸਪਤਾਲ ਦੇ ਵਿੱਚ। ਸੋ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਨੂੰ ਝਾੜ ਲਾਈ ਸੀ ਔਰ ਉਸ ਤੋਂ ਬਾਅਦ ਡਾਕਟਰ ਮਨਿੰਦਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ ਨੇ। ਦਰਅਸਲ ਹਸਪਤਾਲ ਦੇ ਵਿੱਚ ਸਾਫ਼ ਸਫਾਈ ਦੇ ਪ੍ਰਬੰਧ ਨਹੀਂ ਸੀ, ਮਰੀਜ਼ਾਂ ਦੇ ਲਈ ਪ੍ਰਬੰਧ ਠੀਕ ਨਹੀਂ ਸੀ ਔਰ ਉਸ ਨੂੰ ਲੈ ਕੇ ਸਿਹਤ ਮੰਤਰੀ ਨੇ ਝਾੜ ਲਾਈ ਸੀ। ਅਨਮੋਲ ਗਗਨ ਮਾਨ ਜਿਹੜੇ ਵਿਧਾਇਕ ਨੇ ਖਰੜ ਤੋਂ, ਉਹ ਵੀ ਇਸ ਵੇਲੇ ਕੈਬਨਿਟ ਮਿਨਿਸਟਰ ਨੇ, ਉਹ ਵੀ ਨਾਲ ਮੌਜੂਦ ਸਨ ਔਰ ਇਸ ਮੌਕੇ ਤੇ ਐਸਐਮਓ ਨੂੰ ਝਾੜ ਲੱਗੀ ਸੀ ਨਾਕਸ ਪ੍ਰਬੰਧਾਂ ਨੂੰ ਲੈ ਕੇ। ਹਸਪਤਾਲ ਦੇ ਵਿੱਚ ਜਿਹੜੇ ਪ੍ਰਬੰਧ ਪੂਰੇ ਨਹੀਂ ਸੀ। ਸੋ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਬਿਆਨ ਵੀ ਆਇਆ ਇਸ ਅਸਤੀਫੇ ਤੋਂ ਬਾਅਦ ਔਰ ਉਹਨਾਂ ਨੇ ਕਿਹਾ ਹੈ ਕਿ ਰਸੂਖਦਾਰਾਂ ਦੇ ਰਿਸ਼ਤੇਦਾਰ ਨੇ ਭਾਵੇਂ ਕੋਈ, ਪਰ ਕੰਮ ਸਭ ਨੂੰ ਕਰਨਾ ਪਏਗਾ। ਸੋ ਹਰ ਵਾਰ ਇਸ ਦਬਾਅ ਦੇ ਅੱਗੇ ਨਹੀਂ ਝੁਕਿਆ ਜਾ ਸਕਦਾ, ਕੰਮ ਸਭ ਨੂੰ ਕਰਨਾ ਪਏਗਾ। ਇਹ ਆਮ ਆਦਮੀ ਪਾਰਟੀ ਦੀ ਆਫੀਸ਼ੀਅਲ ਸਟੇਟਮੈਂਟ ਹੈ ਇਸ ਅਸਤੀਫੇ ਤੋਂ ਬਾਅਦ ਦੀ। ਸੋ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ, ਉਹਨਾਂ ਦੇ ਭਰਜਾਈ ਨੇ ਐਸਐਮਓ ਸੀ ਖਰੜ ਦੇ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਦੋਂ ਚੈਕਿੰਗ ਹੋਈ ਸੀ ਉਸ ਵੇਲੇ ਝਾੜ ਪਾਈ ਗਈ ਸੀ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ। ਜੇ ਕੋਈ ਸੋਚੇ ਵੀ ਮੈਂ ਵੱਡੇ ਰਸੂਖਦਾਰ, ਵੱਡੇ ਲੀਡਰ ਘਰਾਣੇ ਦੀ ਬਹੂ ਆ, ਬੇਟੀ ਆ, ਬੇਟਾ ਆ, ਘਰ ਵਾਲਾ ਆ, ਰਿਸ਼ਤੇਦਾਰ ਹੈ, ਤੇ ਮੈਂ ਸਰਕਾਰ 'ਚ ਕੰਮ ਨਹੀਂ ਕਰਨਾ, ਕੰਮ ਤੇ ਦੇਖੋ ਕਰਨਾ ਪਊਗਾ ਔਰ ਕੰਮ ਕਰ ਲੋਕਾਂ ਦੇ ਪ੍ਰਤੀ ਜਿਹੜੀ ਜ਼ਿੰਮੇਵਾਰੀ ਹੈ। ਤੁਹਾਨੂੰ ਤਨਖਾਹਾਂ ਹਜ਼ਾਰਾਂ ਰੁਪਏ ਮਿਲਦੀ ਹੈ ਤੇ ਜੇ ਕਿਉਂਕਿ ਇਹ ਲੋਕਾਂ ਨੂੰ ਆਦਤ ਨਹੀਂ ਹੈ, ਇੱਥੇ ਲੋਕਾਂ ਨੂੰ ਆਦਤ ਹੈ ਵੀ ਅਕਾਊਂਟ 'ਚ ਪੈਸੇ ਆ ਜਾਣੇ ਆ ਤੇ ਕੰਮ ਤੇ ਜਾਣਾ ਨਹੀਂ। ਤਾਂ ਮੈਨੂੰ ਲੱਗਦਾ ਹੈ ਵੀ ਉਹਨਾਂ ਨੇ ਰਿਜ਼ਾਈਨ ਦੇਣਾ, ਉਹਨਾਂ ਦਾ ਪਰਸਨਲ ਫੈਸਲਾ ਹੋ ਸਕਦਾ, ਲੇਕਿਨ ਕੰਮ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਸਰਕਾਰ ਦਾ ਕਰਮਚਾਰੀ ਹੈ ਕੋਈ ਵੀ ਹੈ ਉਸ ਕੰਮ ਪੰਜਾਬ ਸਰਕਾਰ ਈਵਨ ਸਾਡੇ ਮੁੱਖ ਮੰਤਰੀ 24 ਘੰਟੇ 18 ਘੰਟੇ 15 ਘੰਟੇ ਕੰਮ ਕਰ ਰਹੇ, ਇੱਥੇ ਕੋਈ ਕੰਪਰੋਮਾਈਜ਼। ਤੇ ਅਗਲੀ ਵੱਡੀ ਖਬਰ ਬ੍ਰੇਕਿੰਗ ਨੰਬਰ 4 ਦਾ ਰੁਖ ਕਰ ਲੈਂਦੇ ਹਾਂ। ਰਾਜ ਸਭਾ ਦੇ ਵਿੱਚ ਅੱਜ ਮਹਿੰਗਾਈ ਦੇ ਮੁੱਦੇ ਤੇ ਚਰਚਾ ਹੋਈ ਔਰ ਆਪ ਦੇ ਰਾਜ ਸਭਾ ਐਮਪੀ ਰਾਘਵ ਚੱਡਾ ਨੇ ਜੀਐਸਟੀ ਦਾ ਮੁੱਦਾ ਚੁੱਕਿਆ ਹੈ। ਉਹ ਜੀਐਸਟੀ ਜਿਹੜੀ ਗੁਰੂ ਘਰਾਂ ਦੀਆਂ ਸਰਾਵਾਂ ਤੇ ਲਗਾਈ ਗਈ ਹੈ, ਯਾਨੀ ਹੁਣ ਗੁਰੂ ਘਰਾਂ ਦੀਆਂ ਸਰਾਵਾਂ ਨੂੰ 12% ਜੀਐਸਟੀ ਦੇਣਾ ਪਏਗਾ। ਇਸ ਦਾ ਲਗਾਤਾਰ ਵਿਰੋਧ ਹੋ ਰਿਹਾ ਔਰ ਅੱਜ ਰਾਘਵ ਚੱਡਾ ਵੱਲੋਂ ਇਹ ਮੁੱਦਾ ਰਾਜ ਸਭਾ ਦੇ ਵਿੱਚ ਚੱਕਿਆ ਗਿਆ। ਰਾਘਵ ਚੱਡਾ ਨੇ ਕਿਹਾ ਕਿ ਗੁਰੂ ਘਰ ਦੀਆਂ ਜਿਹੜੀਆਂ ਸਰਾਵਾਂ ਨੇ ਜਿੱਥੇ ਸ਼ਰਧਾਲੂ ਆ ਕੇ ਰੁਕਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਉੱਥੇ ਟੈਕਸ ਲਾਉਣਾ ਜਾਇਜ਼ ਨਹੀਂ ਹੈ। ਇਹ ਬਿਲਕੁਲ, ਰਾਘਵ ਚੱਡਾ ਨੇ ਕਿਹਾ ਕਿ ਬਿਲਕੁਲ ਔਰੰਗਜ਼ੇਬ ਦੇ ਜਜ਼ੀਆ ਟੈਕਸ ਦੇ ਵਰਗਾ ਹੈ। ਰਾਘਵ ਚੱਡਾ ਵੱਲੋਂ ਕਿਸਾਨਾਂ ਦੀ ਆਮਦਨ ਦਾ ਵੀ ਮੁੱਦਾ ਅੱਜ ਰਾਜ ਸਭਾ ਦੇ ਵਿੱਚ, ਸੰਸਦ ਦੇ ਵਿੱਚ ਚੱਕਿਆ ਗਿਆ ਔਰ ਕਿਉਂਕਿ ਤਾਜ਼ਾ ਮਸਲਾ ਜੀਐਸਟੀ ਦਾ ਸੀ, ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਦਾ ਸਰਾਸਰ ਗਲਤ ਫੈਸਲਾ ਹੈ। ਜਿੱਥੇ ਸ਼ਰਧਾਲੂ ਜਾ ਕੇ ਰੁਕਦੇ ਨੇ, ਸ਼ਰਧਾ ਭਾਵਨਾ ਦੇ ਨਾਲ ਜਾਂਦੇ ਨੇ, ਉਹਨਾਂ ਸਰਾਵਾਂ ਤੇ 12% जीएसटी लाना। आज से कई साल पहले एक मूवी आई थी पीपली लाइव, उसका एक गाना था सर, सखी सैया तो खूब ही कमात है, महंगाई डायन खाए जात है। आज इस गाने के लिरिक्स सार्थक होते नजर आ रहे हैं सर। मैं पंजाब सूबे से आता हूं, एक खेती प्रधान सूबा है सर, और पंजाब का किसान, देश का किसान महंगाई की डबल मार झेल रहा है। एक मार किसान की एज अ प्रोड्यूसर और दूसरी मार किसान की एज अ कंज्यूमर। फूड प्रोडक्शन की कॉस्ट पिछले एक साल में सर करीब 21% बढ़ी है, यानी कि किसान की कॉस्ट बढ़ गई फूड प्रोडक्शन की, लेकिन उसकी आय, जिसका वादा था कि एमएसपी दुगनी करेंगे, आय बढ़ाएंगे, वो उस रेट पे नहीं बढ़ी, जिसके चलते आज देश का किसान एज अ प्रोड्यूसर महंगाई के बोझ चले दबता जा रहा है। दूसरा, देश का किसान एज अ कंज्यूमर भी सर, क्योंकि मैं पंजाब से आता हूं, आज कहीं बाजार में कुछ भी खरीदने जाता है तो महंगाई की मार झेलता है। और मैं बताऊं आपको सर, ये शायद आजाद भारत के इतिहास में पहली बार हो रहा है जब भारत देश की रूरल इन्फ्लेशन भारत देश की अर्बन इन्फ्लेशन से ज्यादा, यानी कि शहरों में रहना सस्ता है गांव में रहने के मुकाबले। और आप जानते हैं ये देश
ये देश वो देश है सर जहां पर मैक्सिमम आबादी रूरल आबादी है। सर इन्फ्लेशन को टैक्सेशन विदाउट लेजिस्लेशन भी कहा गया, यानी कि ये वो महंगाई, ये वो कानून है जो बिना कानून के सरकार हम लोगों पे टैक्स लगाती है, ये वो माना जाता है। और सर जैसे रावण के 10 सर थे, भारत की महंगाई के 7 स्तर हैं। मैं सातों के सातों पर आधा आधा मिनट बोलना चाहूंगा, आप जितना टाइम दे दें सर। पहला है ऊर्जा पर टैक्स, एनर्जी टैक्सेशन। दूसरा कारण सर्विस इन्फ्लेशन, जो नजर नहीं आती सर लेकिन महसूस होती है। तीसरा है सर जीएसटी का बोझ। चौथा है लागत बढ़ाने वाली महंगाई, यानी कि कॉस्ट पुल इन्फ्लेशन। पांचवा है सर बढ़ती महंगाई घटती कमाई, यानी कि हमारी आमदनी उस दर पे नहीं बढ़ रही जिस दर पे भारत की महंगाई बढ़ रही है। छठा पॉइंट गिरता हुआ रुपया। और सातवां पॉइंट सर कॉरपोरेट और सरकार की सांठगांठ। सर एनर्जी टैक्स जो क्रूड ऑयल पे लगता है, पेट्रोल पे लगता है, डीजल पे लगता है, यह भारत में दुनिया के मुकाबले सबसे ज्यादा है। और जिसके चलते आज कोयले की बात हो, पेट्रोल की बात हो, सारा बोझ कैस्केडिंग इंपैक्ट के तहत देश के आम आदमी पर डाला जा रहा है। मैं बताना चाहूंगा सर कि जब भारतीय जनता पार्टी की 26 मई 2014 में सरकार बनी थी, तब अंतरराष्ट्रीय बाजार में कच्चा तेल $108 पे बिकता था सर प्रति बैरल। वो 20 अप्रैल 2020 को $108 प्रति बैरल से घटकर $1 पर आ गया। इतना घट गया, लेकिन सर उसका जो फायदा था, लाभ था, वो देश के गरीब आदमी को नहीं सौंपा गया। और मेरे सवाल के जवाब में सदन में मुझे जवाब दिया गया सर कि 2016 से लेकर 2022 के बीच में सरकार ने 16 लाख करोड़ रुपए कमाए हैं एक्साइज ड्यूटी बढ़ा बढ़ाकर। पेट्रोल पर 78 बार और डीजल पर 76 बार एक्साइज ड्यूटी बढ़ाई है सर इस सरकार। जीएसटी, जिसे गरीब शोषण टैक्स के नाम से भी आज इस देश में जाना जाता है, यह टैक्स सरकार क्यों नहीं कम करेगी? क्योंकि सर जैसे जैसे महंगाई बढ़ती है वैसे वैसे जीएसटी की कलेक्शन सरकार की बढ़ती है। अगर कोई चीज आज 100 रुपए की बिकती थी, वो 150 रुपए की होती है, तो 150 रुपए पे जीएसटी की दर लगती है, यानी कि सरकार का खजाना बढ़ता है। तो सरकार की मंशा कभी हो ही नहीं सकती महंगाई कम करने की। एक बड़ा महत्वपूर्ण पॉइंट है सर, जिसके चलते आटा दाल चावल पे तो उन्होंने लगाया सर जीएसटी, आम आदमी को और गरीब करने की कोशिश करी। लेकिन मैं जिस धरती से आता हूं सर, पंजाब से, वहां पर सर अमृतसर गुरुओं की नगरी माना जाता है, पवित्र धरती माना जाता है। वहां पर सर जितने भी सराय हैं, जितने भी अकोमोडेशन सेंटर्स हैं, उन पर भी जीएसटी लगाकर आज औरंगजेब के जजिया टैक्स वापस लाने का काम भाजपा की सरकार ने किया है। ਤਾਂ ਰਾਘਵ ਚੱਡਾ ਵੱਲੋਂ ਜੀਐਸਟੀ ਨੂੰ ਡਿਫਾਈਨ ਕੀਤਾ ਗਿਆ ਹੈ ਗਰੀਬ ਸ਼ੋਸ਼ਣ ਟੈਕਸ ਦੇ ਨਾਮ ਤੇ। ਵਿਧਾਨ ਸਭਾ ਲੋਕ ਸਭਾ ਦੇ ਵਿੱਚ ਉਹਨਾਂ ਨੇ ਰਾਜ ਸਭਾ ਦੇ ਵਿੱਚ ਜ਼ਿਕਰ ਕੀਤਾ ਹੈ ਇਸ ਗੱਲ ਦਾ ਕਿ ਜੀਐਸਟੀ ਗਰੀਬ ਸ਼ੋਸ਼ਣ ਟੈਕਸ ਬਣ ਗਈ ਹੈ, ਯਾਨੀ ਕਮਾਈ ਵੱਧ ਨਹੀਂ ਰਹੀ ਔਰ ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ ਔਰ ਗਰੀਬਾਂ ਤੇ ਇਸ ਦਾ ਬੋਝ ਪੈ ਰਿਹਾ ਹੈ।